अस्सलाम वालेकुम जी, आप देख रहे हैं मुजरिम कौन और मैं शुएब अल्ताफ़ हूँ। नाज़रीन इकराम, फैसलाबाद में थाना सांदलबार की हदूद में एक ऐसा वाक़या पेश आता है जो न सिर्फ फैसलाबाद बल्कि मुल्क भर के लोगों को परेशान कर देता है। दौरान डकैती एक खातून की असमत दरी की जाती है और सूबा पंजाब जिसको लीड एक खातून कर रही हैं मरियम नवाज साहिबा, जिनका नारा ये है नेवर अगेन। सिस्टम हरकत में आता है और 24 घंटे के अंदर अंदर मुल्ज़िमान को आइडेंटिफाई करके गिरफ्तार कर लिया जाता है। कैसे वाक़या पेश आता है, मुल्ज़िमान कौन हैं और कहां से हिरासत में लिए जाते हैं, ये दिखाएंगे हम आपको आज के मुजरिम को। फैसलाबाद में थाना सांदलबार की हदूद में एक ऐसा वाक़या पेश आता है जिससे न सिर्फ अहले इलाका बल्कि पूरा फैसलाबाद लरज़ उठता है। डाकू जो हैं वो मुसल्लह डकैती के दौरान एक खातून की असमत दरी करते हैं। मैं उस वक़्त जो है उसी मुतासरा घर में अहले खाना के साथ मौजूद हूँ और मेरे साथ इस मुकदमे के मुद्दई और उस मुतासरा खातून के हस्बैंड मौजूद हैं। उनसे बात करते हैं। अस्सलाम वालेकुम भाई, नाम बताइएगा। वालेकुम सलाम, मेरा नाम अदनान है। अदनान भाई, बताइएगा कि ये कब वाक़या पेश आया, किस तरह से ये बदकिस्मत वाक़या आपके साथ पेश आया? जी 25 तरीक ਨੂੰ ਹੋਇਆ ਵਾਕਿਆ ਸ਼ਾਮ। ਮੇਰੀ ਨਾ ਘਰ ਦੇ ਐਗਰੀਕਲਚਰ ਇਜ਼ਰਾਏ ਯੂਨੀਵਰਸਿਟੀ ਉੱਥੇ ਜੋਬ ਕਰਦੇ ਨੇ ਤੇ ਉਹਨਾਂ ਦੀ ਜਦੋਂ ਛੁੱਟੀ ਹੋਈ ਤੇ ਮੈਂ ਇਹਨਾਂ ਨੂੰ ਘਰ ਲੈ ਕੇ ਵਾਪਸ ਆ ਰਿਹਾ ਆਪਣੇ ਪਿਓ ਨੂੰ। ਤੇ ਜਦੋਂ ਅਸੀਂ ਆਪਣੇ ਘਰ ਵੱਲ ਨੂੰ ਮੁੜੇ ਆ ਨਾ, ਦੋ ਡਾਕੂ ਅੱਗੇ ਛੁਪੇ ਸੀ ਤੇ ਜਦੋਂ ਸਾਹਮਣੇ ਆਏ ਤੇ ਉਹਨਾਂ ਕੋਲ ਅਸਲਾ ਵੀ ਸੀ। ਅਸਲ ਵਿੱਚ ਜ਼ੋਰ ਨੇ ਸਾਨੂੰ ਡੱਕਿਆ। ਜਿਸ ਟਾਈਮ ਡੱਕਿਆ ਤੇ ਉਹਨਾਂ ਨੇ ਮੈਨੂੰ ਮਾਰਿਆ ਵਾ। ਉਸ ਤੋਂ ਬਾਅਦ ਮੇਰੀ ਵਾਈਫ ਨੂੰ ਵੀ ਮਾਰਿਆ ਉਹਨਾਂ ਨੇ। ਸਾਡੇ ਕੋਲ ਮੋਬਾਈਲ ਸੀ, ਆਈਡੀ ਕਾਰਡ ਸੀ ਔਰ 700-800 ਰੁਪਇਆ ਸੀ ਸਾਡੇ ਕੋਲ, ਉਹ ਵੀ ਖੋਹ ਲਿਆ। ਔਰ ਇੱਕ ਨਾਲ ਮੁਝੇ ਦੂਸਰੇ ਨੇ ਸਾਡੀ ਗੱਡੀ ਜਿਹੜੀ ਨਾ ਖਰਾਬ ਕਰ ਦਿੱਤੀ ਤਾਂ ਕਿ ਛੇਤੀ ਪਹੁੰਚ ਸਕੇ। मोटरसाइकिल पे थे आप? ਜੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਸਾਈਡ 'ਤੇ ਲਿਜਾ ਕੇ ਮੈਨੂੰ ਇੱਕ ਕੋਨੇ ਦੇ ਵਿੱਚ ਜਾ ਕੇ ਬੰਨ੍ਹ ਦਿੱਤਾ। ਮੇਰੇ ਨਾਲੇ ਨਾਲ ਮੈਨੂੰ ਬੰਨ੍ਹ ਦਿੱਤਾ। ਜਿਸ ਟਾਈਮ ਬੰਨ੍ਹ ਦਿੱਤਾ ਤੇ ਦੂਸਰਾ ਮੁਜਰਮ ਮੇਰੇ ਘਰਦਿਆਂ ਨੂੰ ਇੱਕ ਕੋਨੇ 'ਤੇ ਲੈ ਗਿਆ। ਜਿਹੜਾ ਮੇਰੇ ਕੋਲ ਖਲੋਤਾ ਸੀ ਫਿਰ ਉਹ ਉਹਨਾਂ ਕੋਲ ਚਲ ਗਿਆ ਜੀ। ਤੇ ਇਸ ਤੋਂ ਬਾਅਦ ਤੀਸਰਾ ਮੁਜਰਮ ਵੀ ਉਹਨਾਂ ਨੇ ਬੁਲਾ ਲਿਆ। ਅੱਛਾ, ਜਦੋਂ ਮਤਲਬ ਤੁਹਾਨੂੰ ਉਹਨਾਂ ਨੇ ਰੋਕਿਆ ਹੈ ਤੇ ਉਸ ਟਾਈਮ ਤੁਹਾਨੂੰ ਇਹ ਲੱਗਾ ਕਿ ਦੋ ਬੰਦੇ ਨੇ ਔਰ ਦੋਨੇ ਮੁਸੱਲਾ ਸੀ, ਦੋਨਾਂ ਕੋਲ ਅਸਲਾ ਸੀ? ਜੀ ਨਹੀਂ, ਇੱਕ ਪਾਸ था। ਇੱਕ ਕੋਲ ਮਤਲਬ ਵੈਪਨ ਸੀ। ਉਹਨਾਂ ਨੇ ਵੈਪਨ ਦੇ ਸਿਰ ਤੇ ਤੁਹਾਨੂੰ ਰੋਕਿਆ, ਰੋਕ ਕੇ ਪਹਿਲੇ ਉਹਨਾਂ ਨੇ ਤੁਹਾਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ, ਉਸ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਤੁਹਾਡੇ ਹਜ਼ਾਰ ਬੰਦ ਦੇ ਨਾਲ ਬੰਨ੍ਹ ਕੇ ਸਾਈਡ ਤੇ ਲਾਤਾ। ਬਿਲਕੁਲ ਐਸਾ ਹੀ ਹੈ। ਜਦੋਂ ਸਾਈਡ ਤੇ ਬੰਨ੍ਹ ਕੇ ਖਿਲਾਤੇ, ਇੱਕ ਆਦਮੀ ਮੇਰੇ ਕੋਲ ਖਲੋਤਾ ਰਿਹਾ। ਫਿਰ ਪਹਿਲੇ ਇੱਕ ਨੇ ਤਸ਼ੱਦਦ ਕੀਤੀ, ਉਹਨਾਂ ਜ਼ਾਤੀ ਦਾ ਨਿਸ਼ਾਨਾ ਬਣਾਇਆ। ਫਿਰ ਇੱਕ ਮੇਰੇ ਕੋਲ ਆ ਗਿਆ, ਫਿਰ ਦੂਸਰਾ ਗਿਆ, फिर वो दो मेरे कोल खड़े तो फिर इस तरह तीसरे ने निशाना बनाया। लेकिन मेरे जीजो कार ने, मेरी वाइफ ने कहा कि मैं इन्होंने बथेरियां मिन्नतां कीतियां, तरले कीते, लेकिन उन्होंने असले के जोर के नाल मैंने कहा कि अगर साडी गल ना मनी तो असी तेनों भी तो तेरे हसबैंड भी गोली ना मार देंगा। तो ये वाकई ये पेश है। तो उस बाद डर गए ने तो फिर ये तशद्दुद का निशाना, ਜ਼ਾਤੀ ਦਾ ਨਿਸ਼ਾਨਾ ਉਹਨਾਂ ਨੇ ਬਣਾਇਆ। ਮੈਨੂੰ ਇਹ ਦੱਸੋ ਕਿ ਤੁਹਾਨੂੰ ਜ਼ਾਹਿਰ ਹੈ ਪਹਿਲੇ ਤੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਲੁਕੇ ਹੋਏ ਸੀ, ਪਹਿਲੇ ਇਹ ਕਿਸੇ ਸਵਾਰੀ ਤੇ ਸੀ? ਤੁਹਾਨੂੰ ਲੱਗਦਾ ਹੈ ਕਿ ਕਿਸੇ ਮੋਟਰਸਾਈਕਲ ਤੇ ਜਾਂ ਗੱਡੀ ਤੇ ਸੀ, ਜਾਂ ਤੁਹਾਨੂੰ ਇਸ ਚੀਜ਼ ਦਾ ਇਲਮ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਆਏ ਔਰ ਕਿਸ ਤਰ੍ਹਾਂ ਫਰਾਰ ਹੋਏ? ਨਹੀਂ ਸਰ, ਪਹਿਲੇ ਤੋਂ ਖੜੇ ਸੀ ਤੇ ਉਸ ਵਕਤ ਸਵਾਰੀ ਉਹਨਾਂ ਦੇ ਕੋਲ ਨਹੀਂ ਸੀ ਹੈ। ਤੇ ਜਦੋਂ ਤੀਸਰਾ ਬੰਦਾ ਉਹਨਾਂ ਦੇ ਕੋਲ ਮਗਰ ਆਇਆ ਤੇ ਉਹਨਾਂ ਦੇ ਕੋਲ ਸੀ ਸਵਾਰੀ। ਮੋਟਰਸਾਈਕਲ ਤੇ? ਜੀ 125 ਤੇ ਸੀ, ਮੋਟਰਸਾਈਕਲ ਤੇ ਸੀ। ਔਰ ਫਿਰ ਜਦੋਂ ਤੁਹਾਨੂੰ ਜ਼ਾਹਿਰ ਹੈ ਤਸ਼ੱਦਦ ਦਾ ਨਿਸ਼ਾਨਾ ਬਣਾਇਆ, ਬੰਨ੍ਹ ਦਿੱਤਾ, ਇਹ ਫਿਰ ਤੁਹਾਡੀ ਮੌਜੂਦਗੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮਤਲਬ ਕਿਸ ਸਾਈਡ ਨੂੰ ਫਰਾਰ ਹੋਏ ਨੇ? ਜੀ ਚਲੇ ਗਏ, ਲੇਕਿਨ ਅੱਗੇ ਅੰਧੇਰਾ ਸੀ, ਕੋਈ ਪਤਾ ਨਹੀਂ ਲੱਗਾ ਕਿ ਕਿਸ ਸਾਈਡ पे ਗਏ। ਇਹ ਟਾਈਮ ਕੀ ਸੀ ਤਕਰੀਬਨ? ਟਾਈਮ ਤਕਰੀਬਨ 9:45 का था, ਰਾਤ ਦਾ ਟਾਈਮ ਸੀ ਵਾਕਿਆ ਹੋਇਆ। ਇਹ ਦੱਸੋ ਕਿ ਤੁਸੀਂ ਰੂਟੀਨ ਦੇ ਵਿੱਚ ਹੀ ਆਪਣੀ ਮਿਸਿਸ ਨੂੰ ਜਿਹੜਾ ਉਹ ਲੈ ਕੇ ਆਉਂਦੇ ਹੋ ਜਾਂ ਲੈ ਕੇ ਜਾਂਦੇ ਹੋ, ਜਾਂ ਉਸ ਦਿਨ ਜਿਹੜਾ ਸਪੈਸ਼ਲੀ ਹੁੰਦਾ ਕਿ ਕਦੀ ਕਦਾਰ ਜਿਹੜਾ ਬੰਦਾ ਲੈ ਕੇ ਆਉਂਦਾ ਉਹ? ਨਹੀਂ ਸਰ, ਰੂਟੀਨ ਨਾਲ ਲੈ ਕੇ ਜਾਈਦਾ। ਬਿਲਕੁਲ। ਜਦੋਂ ਇਹ ਬਦਕਿਸਮਤ ਵਾਕਿਆ ਪੇਸ਼ ਆ ਗਿਆ, ਫਿਰ ਜਿਹੜਾ ਨਾ ਉਹ ਤੁਸੀਂ ਮਤਲਬ ਕਿੱਦਾਂ ਆਪਣੇ ਪਹਿਲੇ ਘਰਦਿਆਂ ਨੂੰ ਜਾਂ ਫੈਮਿਲੀ ਨੂੰ ਪਿੱਛੇ ਇਤਲਾਹ ਦਿੱਤੀ, ਜਾਂ ਫਿਰ ਤੁਸੀਂ ਖੁਦ ਹੀ ਘਰ ਤੱਕ ਜਿਹੜਾ ਉਹ ਪਹੁੰਚੇ? ਸਰ ਅਸੀਂ ਜਿਹੜਾ ਵਾਕਿਆ ਪੇਸ਼, ਜਦੋਂ ਡਾਕੂ ਜੋ ਫਰਾਰ ਹੋ ਗਏ ਨੇ तो बिल्कुल मेरी मिसेज मेरे ना रो रही है कि अब क्या होगा। मैं है आपको, मैंने उनको हौसला अफजाई की, उनका है परेशान ना हो,
अब घर चलते हैं, घर जाके सोचते हैं क्या करना है। आपको आपकी ज़ाहिर है वो उस वक़्त सदमे में भी होंगी, ज़ाहिर है एक खातून है उसकी असमत दरी की जाती है, उसके साथ इतना जो है वो भयानक फ़ेल किया जाता है, लेकिन आप बंधे हुए थे उस वक़्त, आपको फिर आपकी मिसेज़ ने खोला या फिर आप खुद ही जो है वो अपने आप को जो है आज़ाद करवा लें? जी, जब वो फ़रार हो गए थे पहले मैंने कोशिश की, जब वो फ़रार हो गए मैंने कोशिश की अपने आप ਨੂੰ ਖੁੱਲਣ ਦੀ, लेकिन मैं अपने आप को नहीं खुला। फिर उसने मुझे आवाज़ दी कि भी तुसी किथे जो, मैं कहा जी मैं ये वाला नज़दीक है। फिर वो आस्ता आस्ता मेरे पास आई ताकि वो जो डाकू फरार होते ताकि वो फिर ना आ जाएं। फिर बड़ी मुश्किल से उन्होंने मुझे खोलिया तो फिर असी कर रहे, लेकिन अगर मैं भी उनके साथ वहाँ पे रोना शुरू कर देता ताकि उन्होंने और कमज़ोर हो, मैंने उनको बेलहाल ਤੁਹਾਡੀ ਹਿੰਮਤ ਹੈ, ਇਹ ਤੁਹਾਡੀ ਦਲੇਰੀ ਹੈ ਕਿ ਤੁਸੀਂ ਉਸ ਲਮਹੇ ਆਪਣੀ ਸ਼ਰੀਕੇ ਹਯਾਤ ਦੇ ਨਾਲ ਖੜੇ ਹੋਏ ਹੋ ਜਿਸ ਟਾਈਮ ਉਹਨੂੰ ਹੌਸਲੇ ਦੀ ਹਿੰਮਤ ਦੀ ਜ਼ਰੂਰਤ ਹੁੰਦੀ ਹੈ। ਉਹ ਇਨਸਾਨ ਬੇਸਿਕਲੀ ਬਹੁਤ ਕਮਜ਼ੋਰ ਹੈ, ਲੇਕਿਨ ਦਲੇਰ ਬੰਦਾ ਉਹ ਹੁੰਦਾ ਜਿਹੜਾ ਹਾਲਾਤ ਦਾ ਫਿਰ ਮੁਕਾਬਲਾ ਕਰਦਾ ਹੈ। ਤੁਸੀਂ ਘਰ ਆ ਗਏ ਹੋ, ਫਿਰ ਜਿਹੜਾ ਵਾ ਪੁਲਿਸ ਨੂੰ ਤੁਸੀਂ ਕਿਸ ਟਾਈਮ ਇਤਲਾਹ ਦਿੱਤੀ ਔਰ ਕਿਸ ਤਰ੍ਹਾਂ ਇਤਲਾਹ ਦਿੱਤੀ? ਜੀ ਸਰ, ਉਸ ਵਕਤ ਅਸੀਂ ਉਹਨਾਂ ਨੂੰ ਨਹੀਂ ਇਤਲਾਹ ਦਿੱਤੀ ਕਿਉਂਕਿ ਉਸ ਵਕਤ ਅਸੀਂ ਬਿਲਕੁਲ ਘਬਰਾਏ ਹੋਏ ਸੀ, ਬਿਲਕੁਲ ਡਰੇ ਹੋਏ ਸੀ ਕਿ ਹੁਣ ਕੀ ਹੋ ਗਿਆ, ਕੀ ਹੋ ਗਿਆ। ਸਾਡੇ ਜ਼ਿੰਦਗੀ ਦਾ ਪਹਿਲਾ ਵਾਕਿਆ ਵੀ ਸਾਡੇ ਕਦੀ ਇੱਦਾਂ ਚਾਂਸ ਹੋਇਆ ਨਹੀਂ ਤੇ ਅਸੀਂ ਕਿੱਦਾਂ ਮੈਨੇਜ ਕਰਾਂਗੇ। ਲੇਕਿਨ ਉਸ ਵਕਤ ਵੀ ਮੇਰੀ ਜੋ ਕਰਦੇ ਸੀ ਉਹ ਵੀ ਵਾਬਿਲਾ ਕਰ ਰਹੇ ਸੀ, मैंने उनको उस वक्त भी हौसला तसल्ली दी कि कोई नहीं मैं तेरे नाल खड़ा हुआ, बिल्कुल परेशान ना हो। तो इस वक्त फिर रात गुजरी तो मैंने सुबह फिर 9:21 या तकरीबन 9 ਦੇ ਲਗਭਗ ਟਾਈਮ था ਜਦੋਂ 15 ਤੇ ਕਾਲ ਕੀਤੀ। ਮੈਨੂੰ ਇਹ ਗੱਲ ਦੱਸੋ ਕਿ ਜ਼ਾਹਿਰ ਹੈ ਇੱਕ ਵਾਕਿਆ ਇਸ ਤਰ੍ਹਾਂ ਪੇਸ਼ ਆਉਂਦਾ ਹੈ ਕਿ ਇਨਸਾਨ ਹੈ ਆਪਣੀ ਰੂਟੀਨ ਦੇ ਮੁਤਾਬਕ ਆ ਰਿਹਾ, ਅਚਾਨਕ ਉਹਦੇ ਸਿਰ ਤੇ ਇੱਕ ਹਿਸਾਬ ਦੀ ਕਿਆਮਤ ਹੀ ਡਿੱਗ ਪੈਂਦੀ ਹੈ ਨਾ ਕਿ ਉਹਨਾਂ ਨਾਲ ਡਕੈਤੀ ਵੀ ਹੋ ਜਾਂਦੀ ਹੈ, ਉਹਦੇ ਨਾਲ ਫਿਰ ਉਹਦੀ ਸ਼ਰੀਕੇ ਹਯਾਤ ਹੈ, ਉਹਦੀ ਬੇਗਮ ਹੈ, ਜ਼ਿੰਦਗੀ ਦੀ ਸਾਥੀ ਹੈ, ਉਹਦੇ ਨਾਲ ਰੇਪ ਹੋ ਜਾਂਦਾ ਹੈ। ਉਸ ਤੋਂ ਬਾਅਦ ਹਿੰਮਤ ਆਪਣਾ ਇਕੱਠੀ ਕਰਕੇ ਤੁਸੀਂ ਘਰ ਚਾਹੁੰਦੇ ਹੋ ਕਿ ਇਹ ਜਿਹੜਾ ਡਿਲੇ ਪਿਆ ਇਹ ਸੋਚਣ ਲੱਗਿਆ ਪਿਆ ਕਿ ਜੀ ਮਜ਼ੀਦ ਕੰਮ ਖਰਾਬ ਹੋਏਗਾ, ਦੁਸ਼ਮਣੀ ਪੈ ਜਾਏਗੀ, ਇੱਜ਼ਤ ਉਛਲੇਗੀ, ਲੋਕ ਗੱਲਾਂ ਕਰਨਗੇ, ਜਾਂ ਫਿਰ ਉਹ ਜਿਹੜਾ ਆਪਣਾ ਹਵਾਸ ਇਕੱਠੇ ਕਰਦਿਆਂ ਹੋਇਆ ਉਹ ਟਾਈਮ ਲੱਗ ਗਿਆ ਜਿਹੜਾ ਤੁਹਾਨੂੰ ਰਾਤ ਗੁਜ਼ਰੀ ਔਰ ਸਵੇਰ ਤੁਸੀਂ ਇਤਲਾਹ ਦਿੱਤੀ? ਸਰ, ਹਵਾਸ ਦੇ ਮਤਲਬ ਕਿ ਅਸੀਂ ਕਿਸੇ ਨੂੰ ਇਨਕਰੇਜ ਕਰਨਾ ਨਹੀਂ ਚਾਹੁੰਦੇ ਕਿ ਲੋਕ ਵੀ ਅਸੀਂ ਉਸ ਵਕਤ ਨਹੀਂ ਵਿੱਚ ਕੁਝ ਕਰ ਸਕੇ ਤਾਂ ਕਿ ਲੋਕਾਂ ਨੂੰ ਡਿਸਟਰਬ ਹੋਵੇ ਤੇ ਲੇਕਿਨ ਇਹ ਵੀ ਬਾਤ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ। ਮੇਰੀ ਜ਼ਾਹਿਰ ਹੈ ਸਾਡੀ ਸੁਸਾਇਟੀ ਇੱਦਾਂ ਦੀ ਹੈ ਕਿ ਇੱਥੇ ਇਸ ਤਰ੍ਹਾਂ ਦੇ ਵਾਕਿਏ ਨੂੰ ਖਮਖਾ ਵੀ ਬਹੁਤ ਉਛਾਲਿਆ ਜਾਂਦਾ ਹੈ। ਇੱਕ ਬੰਦੇ ਨਾਲ ਹਾਦਸਾ ਪੇਸ਼ ਆ ਜਾਂਦਾ ਹੈ, ਫਿਰ ਉਹਨੂੰ ਰੋਲਿਆ ਜਾਂਦਾ ਹੈ ਬਕਾਇਦਾ। ਤੁਸੀਂ ਫਿਰ ਅਗਲੀ ਸਵੇਰ ਜਿਹੜਾ ਹੈ ਉਹ ਪੁਲਿਸ ਨੂੰ ਕਾਲ ਕੀਤੀ ਜਾਂ ਫਿਰ ਤੁਸੀਂ ਖੁਦ ਪੁਲਿਸ ਸਟੇਸ਼ਨ? ਜੀ ਮੇਰੀ ਘਰਦਿਆਂ ਨੇ ਇਹ ਕਿਹਾ ਸੀ ਕਿ ਤੁਸੀਂ ਇਹ ਗੱਲ ਦਾ ਸ਼ੋਸ਼ਾ ਤੁਸੀਂ ਰਹਿਣ ਦਿਓ, ਵੀ ਕੀ ਕਰਨਾਗੇ, ਵੀ ਜੇ ਇੱਜ਼ਤ ਹੈ ਆਪਣੀ। ਸਿਆਣੇ ਕੀ ਕਹਿੰਦੇ ਨੇ, ਜਦੋਂ ਪੰਜਾਬੀ 'ਚ ਕਹਿੰਦੇ ਨੇ ਕਿ ਕੱਪੜਾ ਚੱਕੋ ਤਾਂ ਢਿੱਡ ਆਪਣਾ ਹੀ ਨੰਗਾ ਹੁੰਦਾ। ਤੇ ਮੈਂ ਉਹਨੂੰ ਕਿਹਾ ਕੋਈ ਪਰੇਸ਼ਾਨ ਨਾ ਹੋ, ਜੇ ਅਗਰ ਹੁਣ ਅਸੀਂ ਗੱਲ ਨੂੰ ਛੁਪਾ ਲਿਆ ਨਾ ਤਾਂ ਕਿ ਉਹ ਇੱਦਾਂ ਦੀ ਗੱਲ ਫਿਰ ਉਹ ਜ਼ਿਆਦਾ ਕੋਸ਼ਿਸ਼ ਕਰਨਗੇ, ਲੇਕਿਨ ਮੈਂ ਇਸ ਗੱਲ ਨੂੰ ਛੁਪਾਇਆ नहीं। मैंने 15 पे कॉल की थी, फिर हमारे साथ जो पुलिस वाले ने बहुत अच्छा ताउन किया। नाज़रीन किराम, अदनान हमारे साथ मौजूद थे, मुद्दई मुकदमा भी हैं और उस खातून के शौहर हैं जिनके साथ ये बदकिस्मत वाक़या पेश आया कि डकैती के दौरान जिनकी असमत दरी की गई। और इनका बयान ये बताता है कि जब इदारे हरकत में आते हैं, कानून जब हरकत में आता है तो फिर मुलज़िम चाहे जितना भी शातिर और चालाक क्यों ना हो, कितनी भी राह फ़रार इख्तियार क्यों ना कर ले, आखिरकार वो कानून के शिकंजे में आ जाता है। और अभी तक ये पुलिस की कारकर्दगी से मुतमईन है। जैसे पुलिस ने रिस्पॉन्ड किया, जैसे आला अफसरान ने जो है इस पर एक्शन लिया और SHO पुलिस स्टेशन ने जो है वो फौरी तौर पर अपनी टीमें फ़ाल करते हुए मुलज़िमान को 24 घंटे के अंदर अंदर गिरफ़्तार किया। ये कारकर्दगी है और ये एक अच्छी कारकर्दगी है फैसलाबाद पुलिस की, इसे सराहे जाना ज़रूरी है। इकराम एजाज़ आलम साहब इस वक्त हमारे साथ मौजूद हैं, MPA हैं और साबक वज़ीर हैं बराए इंसानी हुकूक। उनसे जानते हैं जो इस वक्त मौका विज़िट कर रहे हैं और उस मुतासरा ख़ानदान के साथ जो है वो इजहार हमदर्दी, इजहार यकजहती के लिए भी हैं। अस्सलाम वालेकुम सर, बताइएगा कि ये जो एक वाक़या पेश आया और फिर पुलिस ने उस पर रिस्पॉन्ड किया
اور 24 گھنٹے سے بھی کم وقت میں جو ہے وہ ملزمان کو اریسٹ کر لیا گیا. کیا کہیں گے اس پہ کہ ایسے واقعات کی روک تھام جو ہے وہ کس طریقے سے جو ہے وہ پاسبل ہے؟ دیکھیں، سب سے تو پہلی بات یہ ہے کہ ایسے واقعے کی تو بھرپور جتنی بھی مذمت کی جائے کم ہے کہ اور ان جو وحشی درندے تھے جن سے آج ہماری ماں بہنیں کی عزتیں جو محفوظ نہیں ہیں. دوسری بات یہ ہے کہ سب سے جو اہم بات ہے کہ پولیس نے جو رسپونڈ کیا ہے اس میں سمجھتا ہوں کہ آر پی او جو ہمارے ذیشان اسکر صاحب ہیں، ہمارے ایس پی صاحب اور ہمارے ایس ایچ او صاحب، جنہوں نے 24 آورز میں ہی ملزموں کو ٹریس کیا. تو میں سمجھتا ہوں کہ یہ سب سے اہم بات ہے، کیونکہ مجھے یاد ہے کہ 2020 میں سیالکوٹ موٹر وے پر ایک مشہور کیس ہوا تھا، شاید آپ کو یاد ہو. اس وقت میں انسانی حقوق کا وزیر تھا، تو وہ ملزم 3 ماہ کے بعد ٹریس ہوئے تھے. اور یہ میں سمجھتا ہوں کہ یہ ایک معجزہ ہے، اور اس میں تو ڈیفینیٹلی جو کریڈٹ ہے ایس ایچ او صاحب کو یا ایس پی صاحب کو یا یہاں کے پولیس انتظامیہ کو دینا چاہیے کہ جنہوں نے اتنی تیزی سے. اور پھر آپ کو یاد یہ بھی ہے کہ مریم نواز صاحبہ نے اس پر ایکشن لیا، آئی جی صاحب بھی یہاں پہ تشریف لائے. تو گورنمنٹ تو ڈیفینیٹلی اس پہ بڑا ان کا ایک سٹانس ہے کہ وہ ان کو کیفر کردار تک پہنچانا چاہتے ہیں، لیکن واقعہ یہ انتہائی افسوسناک ہے. دوسرا، شہریوں کو کیا پیغام دیں گے آپ؟ کیونکہ جیسے کہ سی ایم صاحبہ کا ایک کلیئر ویژن ہے کہ نیور اگین، خواتین کے معاملے میں وہ ویسے زیرو ٹالرنس پالیسی پہ جو ہے وہ عمل درآمد کر بھی رہی ہیں، کروا بھی رہی ہیں. کیا میسج دیں گے عوام کو کہ وہ کس حد تک قانون نافذ کرنے والے اداروں پہ ٹرسٹ کریں تاکہ اس طرح کے جو انسیڈنٹس ہیں ان کو بر وقت رپورٹ کر کے جو ہے وہ ملزمان کو گرفتار کیا جا سکے؟ دیکھیں، کسی ڈپارٹمنٹ کے پاس اور کسی بھی حکومتی رکن کے پاس ایسا کوئی بیرومیٹر نہیں ہے جو کہ کسی شخص کا ایکٹ معلوم کر لیں یا اس کے ذہن کو پتہ کر لیں کہ اس نے کیا کرنا ہے. باقی جب سے دنیا بنی ہے اس طرح کے شیطان صرف لوگ بھی موجود رہتے ہیں، لیکن میں سمجھتا ہوں کہ اچھے انسان زیادہ ہیں. رپورٹ کرنے میں سر لوگ ہیزیٹیٹ کرتے ہیں کہ شاید ہمارا نام اچھلے گا، ہماری عزت اچھلے گی. لوگوں کا اداروں پہ جو ٹرسٹ ہے اس کو بلڈ اپ کرنے کے لیے کیا کہیں؟ لیکن اس میں کریڈٹ جو ہے وہ عدنان کو دینا چاہتا ہوں کہ اس نے بڑی دلیری کے ساتھ جو ہے وہ پولیس کو اپنا موقف دیا ہے. اور اس پہ کیونکہ مجھے یاد ہے کہ جو واقعہ 2020 میں ہوا تھا اس میں وہ خاتون ہمارے ساتھ مدعی بننے کو تیار نہیں تھی، تو وہ پولیس کے لیے بھی بڑا مشکل تھا. لیکن یہ میں سمجھتا ہوں کہ عدنان نے بڑا ایک زبردست کام کیا، اور اس میں سمجھتا ہوں کہ بہت ساروں کی بیٹیاں جو محفوظ ہو جائیں گی. ناظرین اکرام، ہمارے ساتھ ممبر صوبائی اسمبلی اور سابق وزیر برائے انسانی حقوق موجود تھے، اور ان کا یہ کہنا تھا کہ ایسے واقعات کی روک تھام جو ہے وہ اسی صورت میں ممکن ہے کہ جب جو متاثرہ لوگ ہیں وہ فرنٹ فٹ پہ آئیں گے، وہ سامنے آئیں گے اور اپنی کمپلین کو درج کروائیں گے. اور یہاں پہ انہوں نے ایک بار پھر فیصل آباد پولیس کی جو ہے وہ خاص طور پہ تعریف کی ہے، جنہوں نے انتہائی کم وقت میں ملزمان کو نہ صرف ٹریس آؤٹ کیا بلکہ گرفتار کیا. ناظرین، فیصل آباد میں تھانہ ساندل بار کی حدود میں ایک ایسی لرزہ خیز واردات رپورٹ ہوتی ہے جس میں دوران ڈکیتی ایک خاتون کی عصمت دری کی جاتی ہے. فیصل آباد پولیس اس پہ حرکت میں آتی ہے اور ریکارڈ ٹائم کے اندر جو ہے وہ ملزمان کو اریسٹ کر لیا جاتا ہے. میرے ساتھ اس کیس کی آئی او سب انسپیکٹر صالحہ موجود ہیں، ان سے بات کرتے ہیں، مزید تفصیلات ان سے جانتے ہیں کہ کیسے پولیس کو جو ہے وہ اس کی اطلاع ملتی ہے اور پولیس اس پہ جو ہے وہ کیسے رسپونڈ کرتی ہے. السلام علیکم میڈم، بہت شکریہ آپ کے وقت کا. بتائیے گا کہ یہ ایک بہت ہی لرزہ خیز واردات جو ہے یہ رپورٹ ہوتی ہے، کیسے یہ واقعہ پیش آیا اور پولیس کو جو ہے وہ کیسے اس پہ جو ہے وہ اطلاع ملتی ہے؟ کہ پولیس کو جو ہے وہ 15 پہ کال ریکارڈ جو ہے وہ موصول ہوتی ہے، جس کے بعد سے فوری رسپونڈ کیا جاتا ہے. کہ بیسیکلی جو ہماری وکٹم ہے وہ ایگریکلچر یونیورسٹی میں جو ہے اس کے ہاسٹل میں کام کر رہی ہوتی ہے، تو رات کو نا وہ واپسی آ رہی ہوتی ہے. تو واپسی پہ جو ہے وہ اپنا جو ہے وہ اس کو جو ہے وہ ملزمان جو ان کا تعاقب کر رہے ہوتے ہیں، ان کو پھر ایک ایریا جو ہے وہاں پر تھانہ علاقہ جو ساندل بار کا لگتا ہے، تو اس کو جو ہے وہاں پر روک کے ان کے ساتھ پہلے ڈکیتی کی جاتی ہے، اور بعد میں اس کی جو ہے وہ عورت کی جو ہے عصمت دری کی جاتی ہے، جس پہ بعد میں جو ہے وہ 15 پہ وہ نیکسٹ ڈے جو ہے وہ 15 پہ کال ریکارڈ جو ہے وہ کرتی ہے. تو پھر اس کے بعد جو ہے فوری جو ہے ہم لوگ موقع پہ جاتے ہیں، پی ایف ایس ٹیم کو بلوایا جاتا ہے. ہم اپنے جو اعلیٰ افسران ہیں ان کو جو ہے وہ اس موقع کی اطلاع دیتے ہیں، وہ بھی وہاں پر پھر جو ہے وہ وقوع پہ آ جاتے ہیں. بتائیے گا کہ یہ چند لمحوں میں جو ہے یہ اس کا اتنا وہ اس کی سنسنی پھیلتی ہے، اتنی یہ لرزہ خیز واردات تھی کہ بڑے ہائی آفیشلز اس میں انوالو ہو جاتے ہیں. تو پھر اس پہ پولیس جو ہے وہ رسپونڈ کس طریقے سے کرتی ہے؟
देखिए बेसिकली जो है वो जो अपना इसमें जो विक्टिम है और जो कंप्लेनेंट है वो क्रिश्चियन फैमिली से बिलोंग करते हैं, माइनॉरिटी, और आपको पता है कि हमारे मुल्क में जो है वो माइनॉरिटी को एक ख़ास जो है वो इम्पोर्टेंस दी जाती है, तो इस वजह से जो है वो थोड़ा सा मामला ये हाईलाइट हो जाता है। तो फिर इस वजह से जो है वो आला अफसरान जो है हमारे अपना वो, और एक तो ख़वातीन के हकूक़ को लेकर जो है हमारी जो मरीम नवाज़ साहब हमारी CM साहिबा हैं, वो फिर जो है वो काफ़ी ज़्यादा कंसर्न है इस बारे में उनके, और फिर जो है अपना फिर RPO CPO साहब जो है हमारे आला अफसरान जो है वो भी फिर इस चीज़ को लेके, जो कि माइनॉरिटी के साथ इश्यूज़ जो हैं उनको लेके काफ़ी ज़्यादा सेंसिटिव हैं, तो इस वजह से जो है वो फौरी जो है वो अपना मौके पे पहुंचा जाता है। इसमें जो है इस वारदात में टोटल मुल्ज़िमान कितने होते हैं और क्या पुलिस जो है वो इन सब को अरेस्ट कर लेती है या अभी भी कुछ ऐसे मुल्ज़िमान हैं जो पुलिस की पहुंच से दूर हैं? देखिए इसमें में जो है वो 3 टोटल मुल्ज़मान हैं, ठीक है, और अल्हम्दुलिल्लाह विदिन मतलब जो है हम विदिन नो टाइम जो है तकरीबन बहुत ही शॉर्ट टाइम के अंदर अंदर जो तीनों के तीनों मुल्ज़िमान हैं उसको हम लोगों ने अरेस्ट कर लिया। और हमारे अवाम की सहूलत के लिए बताइएगा कि इसको हम क्या कहेंगे कि दिनों में, घंटों में या लम्हों में जो है वो पुलिस एक्शन में आती है और इन मुल्ज़िमान को धर दबोचती है? देखिए विदिन 24 आवर्स जो 2 मुल्ज़िमान हमारे पास अरेस्ट हो जाते हैं, और उन्हीं की जो है वो जो थर्ड मुल्ज़िम है उसको थोड़ा सा टाइम लगता है, मतलब वो नेक्स्ट 24 आवर्स आप कह लें, लेकिन विदिन 24 आवर्स ये 2 मुल्ज़िमान हमारे पास जो है वो अरेस्ट हो जाते हैं। नाज़रीन इकराम, हमारे साथ सब इंस्पेक्टर सालिहा मौजूद थीं और उन्होंने तफसील से बताया कि कैसे एक ख़ातून जो है उसको ज़्यादती का निशाना बनाया गया डकैती के दौरान, और पुलिस जो है वो इस पर हरकत में आती है। पुलिस के आला हुक्काम जो है फैसलाबाद पुलिस IG पंजाब की अहकामात पर और CM साहबा के अहकामात पर जो है वो हरकत में आते हैं, और 24 घंटे के अंदर अंदर तीनों मुल्ज़िमान को ज़ेरे हिरासत ले लिया जाता है, और फिर अब पुलिस जो है वो एक मजबूत केस फाइल करने जा रही है ताकि इनको करार वाकई सज़ा दी जा सके। नाज़रीन इकराम, फैसलाबाद में थाना सांदलबार की हदूद में जो वाक़या पेश आया उस पर पुलिस का फौरी रिस्पॉन्स इस बात का शाहिद है कि कानून जब हरकत में आता है तो मुल्ज़िमान को गिरफ्त में लेने से कोई नहीं रोक सकता। मेरे साथ इस वक्त SHO थाना सांदलबार सब इंस्पेक्टर शकीब भट्ट साहब मौजूद हैं। उनसे तफसीलात जानते हैं कि कैसे पुलिस को इत्तला मिलती है, पुलिस इस पर रिस्पॉन्ड कैसे करती है, किस तरीके से मुल्ज़िमान तक पहुँचा जाता है और फिर कहाँ से उनको जो है वो हिरासत में लिया जाता है। अस्सलाम वालेकुम सर, बहुत शुक्रिया आपके वक्त का। बताइएगा कि ये एक ऐसा चैलेंज था पुलिस के लिए जो शायद चंद लम्हों में भी एक नेशनल लेवल की न्यूज़ बनता है, कैसे पुलिस को इत्तला मिलती है इसकी और फिर पुलिस का इस पर रिस्पॉन्स जो है वो कैसे होता है? वालेकुम अस्सलाम जी, इस तरह है कि हमें 26/3/2025 को सुबह 9:45 बजे के करीब एक अदनान नाम का बंदा कॉल करता है कि इस तरह मेरे साथ वारदात हुई है और मेरी बीवी के साथ उन्होंने रेप किया है दौरान वारदात। इस इंफॉर्मेशन पे अफसरान बाला, CPO साहब, RPO साहब और SP साहब, DSP साहब मेरे साथ मौके पे पहुंचते हैं, मौके पे हालात वाक़या का जायज़ा लेते हैं, विक्टिम का मेडिकल करवाते हैं, मुद्दई कंप्लेनेंट की से एप्लीकेशन लेके FIR लॉन्च हो जाती है। जो कंप्लेनेंट है उसके बताए हुए हुलिये के मुताबिक मुल्ज़िमान की तलाश शुरू करते हैं, लोकल इन्फॉर्मेशन हायर करते हैं। लोकल इन्फॉर्मेशन हायर करने के बाद हमें पता चलता है कि इस जो हुलिया कंप्लेनेंट बयान कर रहा है, इस हुलिये के 3 बंदे हैं जो इस टेरिटरी में एक्टिव है। उस बंदों पे रेड करते हैं तो बंदा एक अपना जो है वो उस रात यहाँ मौजूद होता है, तो लेकिन वो स्किप हो जाता है। हम उसको जदीद तर वसाइल जो टेक्निकल असिस्टेंस लेते हुए CDU ब्रांच की वहाँ से आउट ऑफ सिटी से गिरफ़्तार कर लेते हैं। आउट ऑफ सिटी से गिरफ़्तार करने के बाद उसको इंटरोगेट किया जाता है तो वो एडमिट कर लेता है, इतराफ़ जुर्म करता है, अपने साथ वाले मुल्ज़िमान का बताता है। उनको भी उसी दौरान एक मुल्ज़िम को उसी दिन गिरफ़्तार कर लिया जाता है शहर के अंदर से ही, और तीसरा जो मुल्ज़िम है उसको हम आउट ऑफ सिटी से दोबारा गिरफ़्तार टीम लेके गिरफ़्तार कर लेते हैं। भाई एक इंसिडेंट रिपोर्ट होता है और 24 घंटे से भी कम वक्त में जो है वो पुलिस न सिर्फ उनको आइडेंटिफाई करती है,
بلکہ اریسٹ بھی کر لیتی ہے, اور جتنے بھی ایکیوزڈ ہیں وہ سب کے سب الحمدللہ پولیس جو ہے ان کو اپنی گرفت میں لے لیتی ہے. کیسے ممکن بناتے ہیں آپ, یہ کتنا چیلنجنگ ہوتا ہے؟ ایک ابتدائی طور پہ تو یہ ایک بلائنڈ تھا کہ نامعلوم افراد ہیں, کیا ایک میجک کرتا ہے علاقے کا ایس ایچ او کہ نہ صرف ان کی شناخت ہو جاتی ہے بلکہ وہ اریسٹ بھی ہو جاتے ہیں؟ کیا اس طرح کا ہوتا ہے جادو ایک ایس ایچ او کے پاس جس سے یہ ممکن ہو سکتا ہے؟ یہ جادو کی بات نہیں, یہ صرف اور صرف اللہ پاک کی خصوصی رحمت ہے اور افسران بالا کا ٹرسٹ ہے, اور ساتھ ان کی جو موٹیویشن ہے, ساتھ انہوں نے جو میرے ساتھ پوری فیصل آباد پولیس کو میرے ساتھ اٹیچ کیا, سی آر او برانچ کو میرے ساتھ اٹیچ کیا, سی ڈی او برانچ کو میرے ساتھ اٹیچ کیا. مجھے جس برانچ سے اسسٹنٹ چاہیے تھی انہوں نے وہ مجھے پرووائڈ کی. مجھے لوکیشن چاہیے تھی, مجھے سی ڈی آر چاہیے تھی, ود ان منٹس مجھے پرووائڈ ہو رہی تھی. تو یہ میرے افسران بالا کی اپنا جو رہنمائی میں نے اس کو کور اپ کیا. مجھے بتائیں کہ یہ اس میں ٹوٹل 3 ہی ملزمان ہیں جو اب پولیس نے اریسٹ کیے ہیں, یا کوئی ان کا کوئی اور ایسا ساتھی ہے یا ایسا کوئی نیٹ ورک ہے ان کا جس کو بھی کریک کرنا باقی ہے؟ نہیں, یہ 3 ہی ملزمان تھے, تینوں کو ہم نے الحمدللہ اریسٹ کر لیا ہے. تینوں آئیڈینٹیفیکیشن پریڈ پہ جوڈیشل حوالات میں بند ہیں. اس کی آئی ڈی پریڈ کی ڈیٹ مقرر کروا کے اس کو فردر لیگل پروسیڈنگ جاری ہے اس کی. کہ بھائی بتائیے گا کہ ان کا کوئی ایسا کرمنل ریکارڈ ہے سابقہ کہ یہ پہلے بھی کسی ڈکیتی, چوری میں یا اس طرح کے جو ہے وہ بڑے کرائم میں ملوث ہیں, یا یہ وہ فرسٹ ٹائمر والے تھے؟ نہیں, یہ فرسٹ ٹائمر نہیں تھا. یہ ہمارے پاس ان میں سے ایک بندہ ریکارڈ یافتہ ہے آلریڈی. اس کے 18 کے قریب اپنا پرچے ہیں, راہزنی کے, چوری کے, اس طرح مختلف قسم انواع کے اس کے خلاف ایف آئی آرز ہیں جن میں وہ جوڈیشل ہو کے ان کا ٹرائل چل رہا ہے. یہ آلریڈی ریکارڈڈ آدمی تھا, اس ریکارڈڈ آدمی کی وجہ سے یہ ہمیں ٹریس آؤٹ ہوا ہے. اچھا, اس دفعہ اس اسپیسیفک کیس میں کیا اتنا مضبوط کیس ہم ان کے خلاف فائل کر پائیں گے کہ ان کو اس کی جرم کی جو ہے وہ قرار واقعی سزا بھی ملے اور دوسرے لوگوں کو عبرت بھی ملے تاکہ آئندہ کوئی سوچے بھی نہ ایسا کرائم کرنے؟ اس میں ہم اپنی طرف سے جو ایویڈنس کلیکٹ کر سکتے تھے, پی ایف ایس اے ٹیم کی, سی ڈی یو برانچ سے ڈیٹا انالیسز کی, اور ساتھ میں ہم نے پی ایف ایس اے میں جو پارچات وغیرہ اور دوسرے ڈی این اے پروفائلنگ کی, وہ اس میں کریں گے. انشاءاللہ ان ملزمان کو قرار واقعی سزا دلوانے میں جو ایویڈنس کلیکٹ کر سکتے ہوئے وہ ضرور کر کے اس کو کیس کو مضبوط تر بناتے ہوئے ان کو سزا دلوانے کی پوری کوشش کریں گے. کہ بھائی ایک سوال جو ٹیم مجرم کون اکثر جو ہے وہ پولیس افسران کے سامنے رکھتی ہے کہ جیسے پولیس مقابلے کے بعد جب کوئی کسی کی موت ہوتی ہے کسی ڈاکو کی, تو اس کا پھر ریکارڈ نکلتا ہے, وہ کبھی 30, 35, 2 درجن 3 درجن مقدمات میں ملوث ہوتا ہے, ریکارڈ یافتہ ہوتا ہے. یہ کیا ایسا سسٹم ہے, کیسے یہ لوگ باہر آ جاتے ہیں کہ ایک شخص ہے وہ ایک اتنے بڑے کرائم میں جیل چلا جاتا ہے؟ ہمارے سسٹم میں لوپ ہولز کہاں پہ ہیں؟ کیا مدعی بیٹھ جاتے ہیں, کیس کی پیروی نہیں کی جاتی, یا کہیں ہماری پروسیکیوشن میں کوئی ایسے فلاز ہیں کہ جس کی وجہ سے یہ فائدہ اٹھاتے ہوئے ایک شخص جو ہے وہ بار بار اسی طرح کے کرائم جو ہے ان کو کمٹ کرتے ہیں؟ فلاز ہمارے کہیں بھی نہیں. بیسیکلی ہمیں پیروی کرنے میں مشکل پیش آتی ہے. کمپلیننٹ اگر پراپر اس کو پرسو کرے کیسز کو, تو کبھی بھی نہیں ہو سکتا کہ وہ بندہ باہر آ جائے. پرسو کرنا پڑتا ہے, پین لینی پڑتی ہے. جس طرح پولیس پین لیتی ہے, بندے کو گرفتار کر کے جیل بھجواتی ہے, اس پہ ریکوری وغیرہ ڈالتی ہے, اس کو ایویڈنس کلیکٹ کر کے بھیجتی ہے, اسی طرح کمپلیننٹ کو بھی چاہیے اس کو پراپر پرسو کرے. پراپر پرسو کرنے سے ہی اس کو سزا مل سکتی ہے. ناظرین کرام, ایس ایچ او تھانہ ساندل بار شکیب بٹ صاحب ہمارے ساتھ موجود تھے اور بتا رہے تھے کہ کیسے ایک انسیڈنٹ رپورٹ ہوا اور پولیس نے اس پہ جس تیزی سے رسپونڈ کیا وہ روزے روشن کی طرح عیاں ہے. یہ وہ نوجوان پولیس افسران ہیں جن کو آئی جی پنجاب نے خود فیصل آباد وزٹ کر کے شاباش دی. یہاں پہ یہی لاؤڈ اینڈ کلیئر میسج ہے فیصل آباد پولیس کی طرف سے تمام ملزمان ہیں ان کے لیے کہ آپ چاہے جتنا مرضی چھپ جائیں, قانون جب حرکت میں آتا ہے تو پھر آپ بچ نہیں سکتے. اور لوگوں کے لیے یہاں پہ اسپیشلی یہ میسج ہے کہ اگر آپ کے ساتھ کوئی واقعہ پیش آتا ہے, آپ کسی اذیت کا کسی جرم کا شکار ہوتے ہیں, تو پولیس کو کمپلین کرتے ہوئے ہچکچائیں مت. پولیس آپ کے تحفظ کے لیے ہے, آپ سٹیپ آؤٹ کریں, پولیس کو بتائیں تاکہ پولیس اس پہ فوری طور پہ ایکشن لے. جیسا کہ اس اسپیسیفک کیس میں 24 گھنٹے سے بھی کم وقت میں تینوں ملزمان کو پولیس میں حراست میں لیا اور پھر اب ان کے خلاف ایک مضبوط کیس فائل کر کے انہیں قرار واقعی سزا بھی دلوائی.
फैसल आबाद में थाना सांदल बार की हदूद में एक ऐसा बदकिस्मत वाक़या पेश आता है जिसमें दौरान डकैती एक खातून की असमत दरी की जाती है। आला हुक्काम एक्शन में आते हैं, पुलिस फौरी तौर पर रिस्पॉन्ड करती है और मुलजिमान को एक रिकॉर्ड टाइम के अंदर गिरफ्त में ले लिया जाता है। कैसे ये वाक़या पेश आता है, मुलजिमान कौन है, कहाँ से इनको हिरासत में लिया जाता है, ये जानते हैं। हम इस वक्त मौजूद हैं SP इकबाल टाउन आबिद हुसैन ज़फ़र साहब के साथ। अस्सलाम वालेकुम सर, बहुत शुक्रिया आपके वक्त का। सर बताइएगा कि ये एक ऐसा वाक़या था जिसने एकदम से हाइप पकड़ी और फिर फैसलाबाद पुलिस यहाँ पे उसकी कारकर्दगी यकीनन काबिल तहसीन है कि एक 24 घंटे के अंदर अंदर जो है वो मुलजिमान अरेस्ट कर लिए जाते हैं। कैसे ये वाक़या पेश आता है और कौन मुलजिमान है, किस तरीके से जो है वो पुलिस इन तक पहुँचती है? ये नो डाउट एक बड़ा ट्रेजिक इंसिडेंट था। हमें जो है ये वाक़या 26 तारीख को 10 बजे दिन के करीब रिपोर्ट किया जाता है। अदनान नामी आदमी जो है उसने रेस्क्यू 15 पर कॉल की है और उसने इत्तला दी कि रात जो है 25 को तकरीबन 9:30 पौने 10 बजे के करीब वो वापस जो है वो घर जा रहे थे, दोनों मियाँ बीवी, और रास्ते में उनको जो है वो 3 डाकू जो उन्होंने रोका और रोकने के बाद न सिर्फ उनसे नकदी वगैरह छीनी, मोबाइल छीना, बल्कि उसकी जो वाइफ है उसके साथ उन्होंने जो है वो ज़्यादती भी की। तो ज़ाहिर है एक बड़ा संगीन इंसिडेंट था। फौरी तौर पर इसमें हमारे सीनियर हुक्काम RPF फैसलाबाद, CPF फैसलाबाद जो है उन्होंने फौरी नोटिस लिया और हम जो है वो फौरी मौके पे पहुँचे और वहाँ से शवाहद इकट्ठे किए, PFS की टीम को बुलवाया। जो एविडेंस थी कलेक्ट करने के बाद जो इसमें मुद्दई मुकदमा अदनान और उसकी बीवी जो है उन दोनों को जो है हमने इंटरव्यू किया, उनसे मालूमात ली और अपनी टीमें तश्कील देते हुए SHO टिकरी वाला, SHO सांदल बार, DSP सदर और इसी तरह जो है वो SSP साहब इन्वेस्टिगेशन और SSP ऑपरेशन जो है वो भी हमारे साथ ऑन बोर्ड रहे, उनकी गाइडेंस लेते रहे हम। और इस तरह हमने वर्किंग करते हुए अल्हम्दुलिल्लाह जो मुलज़मान हैं उनको जब वाक़या रिपोर्ट होता है तो उसके 24 आवर्स के अंदर जो है वो हम उसमें मेन जो मुलज़िम था उसमें एक उसको गिरफ़्तार करने में कामयाब हुए। अच्छा सर बताइएगा कि इब्तदाई तौर पर ज़ाहिर है जब पुलिस को इत्तला मिलती है कि ये वाक़या पेश आ गया है और पुलिस रिस्पॉन्ड करती है, जाए वक़ुआ पे पहुँचते हैं, मुआयना किया जाता है, तो इब्तदाई तौर पर तो ये एक ब्लाइंड था कि नामालूम मुलज़िमान हैं। कैसे फिर पुलिस जो है वो इन तक पहुँचती है, कौन से ऐसे रिसोर्सेज यूज़ किए जाते हैं कि इतने शॉर्ट टाइम के अंदर कि जितनी देर में शायद ख़ुद जिनके साथ ये वाक़या पेश आया वो भी तसव्वुर नहीं कर सकते कि पुलिस जो है वो ऐसे रिस्पॉन्ड करेगी। कैसे इनकी शनाख्त कैसे की जाती है और फिर इनको कहाँ कहाँ से अरेस्ट किया जाता है? जी बिल्कुल, नो डाउट ये एक ब्लाइंड इंसिडेंट था। इसमें उस वक्त जो है मुद्दई मुकदमा या जो विक्टिम थी उसको इन मुलज़मान के बारे में कोई इल्म नहीं था, ना वो उनको वो शनाख्त करती थी कि वो मुलज़मान कौन है। ताहम उनका जो इंटरव्यू किया गया उस दौरान एक चीज़ जो है वो सामने आई कि एक राना नाम का मुलज़िम जो है वो इसमें शामिल है, जिसके बारे में दूसरे मुलज़िम ने उसे कहा है जब वो आता है बाइक रोकता है तो राना लाइट बंद कर दें। तो इस जो है एक पॉइंट को लेके हमने वहाँ पर इलाकाई मालूमात हासिल की, मुद्दइयों को बार बार इंटरव्यू किया और जो मुतलका एरिया है वहाँ से हमारी जो सिक्योरिटी रिपोर्ट्स हमने ली उसके मुताबिक वो निक नेम एक जो है वो अली शेर नामी आदमी का आता है। तो फिर उसके जो है उसको पकड़ने के लिए हम घेरा तंग करते हैं और अल्हम्दुलिल्लाह उसको अरेस्ट कर लिया जाता है। तो ना सिर्फ वो एडमिशन होता है बल्कि उसके साथी जो हैं उनके नाम भी उन्होंने उसमें वो हमें उस मुलज़िम ने बताए हैं, जिस पर फर्दर जो है कार्रवाई की गई है। क्या सर आप क्या पुलिस ने अब तक जो फाइंडिंग्स की हैं, क्या ये आदी मुलज़िमान हैं, रिकॉर्ड याफ्ता हैं, पहले भी किसी वारदात में मुलव्वस रहे हैं, या जैसे कि इनका एक बयान होता है कि जी मैंने तो पहला वाक़या था मेरा और पहले में ही फंस गया? क्या है इनकी जो पुलिस की अब तक की फाइंडिंग्स हैं उसमें ये क्या ये हैबिचुअल है? जी इसमें जो एक फैसल नामी जो मुलज़िम है वो उसके ख़िलाफ़ 16 मुकदमात का रिकॉर्ड है और तमाम ही जो रॉबरी वगैरह के मुकदमात हैं उसमें शामिल हैं। तो वो एक जो है नोटोरियस रिकॉर्ड होल्डर है इसमें फैसल, और बाकी जो है उनका रिकॉर्ड जो है वो नहीं है, लेकिन वो उसके साथ उन्होंने मिलकर ये इंसिडेंट किया था। क्या जब पुलिस को पता चल जाता है कि ये लोग हैं तो क्या ये एक ही जगह से अरेस्ट होते हैं या ये इन्होंने फ़रार होने की कोशिश की, किसी ने कोई रेजिस्टेंस दिखाई, क्या लाहेअमल पुलिस ने क्या अपनाया? क्या इनको एक ही जगह से हिरासत में लिया? नहीं, एक जगह से नहीं लिया गया।
پہلے جو ہے وہ علی شیر کی ارسٹ ہوئی اور پھر اس سے معلومات ملنے پہ کہ دیگر ملزمان جو ہے کون ہیں، ان کے جو مختلف ٹیکنیکل ہمارے ریسورسز ہیں ان پہ ہم نے ورکنگ کی. ہیومن انفارمیشن اور لوکل انفارمیشن جو ہے اس کو ادر کرنے کے بعد مختلف جگہوں سے ہر تینوں ملزمان ان کو الگ الگ جگہوں سے جو ہے وہ اریسٹ کیا جاتا ہے اور فردر پروسیس لیگل جو ہے وہ کیا گیا ہے. اب سب پولیس کا ایک ہوتا ہے کہ جب ملزمان اریسٹ ہوتے ہیں تو ظاہر ہے اس میں جو واردات میں استعمال ہونے والا ظاہر ہے ویپن ہے، جو ان کی جو بائک یوز کی، کیا پولیس جو ہے وہ مکمل سب چیزیں جو ہیں وہ اپنے قبضے میں لے چکی ہے، اور کیا اب پولیس ریڈی ہے ان کے خلاف ایک مضبوط کیس فائل کرنے کے لیے تاکہ ان کو قرار واقعی سزا دی جا سکے؟ جی، اس میں جو واردات میں چھینا جانے والا موبائل ہے وہ ریکور ہو چکا ہے. فردر چیزیں جو ہیں وہ ابھی ملزمان آئیڈینٹیفیکیشن پریڈ پہ ہیں اور لیگل پروسیس جاری ہے. انشاءاللہ بقایا بھی اس کے جو ریلیونٹ ایویڈنس ہے اس کو ہم بعد از پروسیس انشاءاللہ پراپر جو ہے پروسیڈ کرتے ہوئے اس کو ریکور کریں گے. اکثر دیکھنے میں یہ چیز آتی ہے کہ یہ جیسے آپ نے بتایا کہ یہ کافی سارے درجن بھر سے زائد مقدمات میں ملوث ہے، یہ اس کے ساتھ یہ جو پھر اپنے جونیئر بھرتی کر لیتے ہیں ساتھ اور پھر کرائم سٹارٹ کر دیتے ہیں. کیا ایسا ہوتا ہے کہ یہ لوگ جو ہیں پولیس محنت کرتی ہے، پولیس اپنے سارے ریسورسز استعمال کرتی ہے، ان کو زیر حراست لایا جاتا ہے، ان کے خلاف کیسز بھی تیار ہوتے ہیں، یہ لوگ جیل میں چلے جاتے ہیں، پھر ایسا کیا ہوتا ہے کہ یہ لوگ واپس پھر کچھ مہینوں بعد، کچھ سال کے بعد یا کچھ دنوں کے بعد واپس انہی گلیوں بازاروں میں جو ہے وہ عوام کو لوٹتے ہوئے نظر آتے؟ جی بالکل، ملزمان جو ہے گرفتار کر کے ان کو جو ہے وہ کورٹ میں پیش کیا جاتا ہے، چالان ان کا جاتا ہے. ایکچوئل ہوتا یہ ہے کہ جو اس میں مدعی فریق ہیں ان کے ساتھ کمپرومائز کرنے کی وجہ سے جو اکثر کیسز ہیں ان میں یہی آیا ہے کہ مدعی جو ہیں وہ کمپرومائز کر لیتے ہیں اور وہاں پر ایویڈنس جو ہے وہ پراپر نہیں دیتے، جس وجہ سے ملزموں کو جو ہے وہ اس میں ایج مل جاتا ہے نکلنے میں. اور ظاہر موجودہ ہمارا جو سسٹم ہے اس میں جاتے ہوئے کئی دن لگ جاتے ہیں سماعت ہوتے ہوئے، تو اس سے بھی جو مدعی اور گواہان کے جو ہے پراپر اس کیس کو پرسو نہ کرنے کی وجہ سے اکثر اوقات جو ہے ملزموں کا موقع مل جاتا ہے یا ان کو بیل جو ہے وہ مل جاتی ہے. اس گھنٹے میں بہت بڑی بات ہے یہ، یہاں پہ فیصل آباد پولیس کو اپریشیٹ نہ کرنا، شاباش نہ دینا، یہ واقعی میں زیادتی ہوگی. سر کیا کہیں گے بحیثیت ٹاؤن ایس پی کے اس طرح کے اکثر جو واقعات ہیں، اکثر واقعات میں لوگ شاید ہیزیٹیٹ کرتے ہیں، شاید وہ کہتے ہیں کہ ہمارے لیے یہ انسلٹنگ ہوگا رپورٹ کرنا، جس کو کہتے ہیں کہ ہماری عزت چلی جائے گی، معاشرے میں ہمارا نام اچھلے گا. کیا کہیں گے لوگوں کو کہ ایسے کسی بھی زیادتی کی صورت میں وہ کس طریقے سے پولیس پہ ٹرسٹ کرتے ہوئے اس کو رپورٹ کریں تاکہ پولیس ان کی معاون اور مددگار ثابت ہو؟ جی بالکل نہیں، اس میں جھجک اور آر محسوس نہیں کرنی چاہیے. جیسا کہ یہ انسیڈنٹ بھی جو ہے وہ ایکچولی 25 تاریخ کو رات کو ہوا ہے، لیکن ہمیں رپورٹ جو ہے 26 کو 10 بجے دن کیا گیا ہے. وکٹم تھی وہ تھوڑا سا اس میں جو جھجکتے رہے ہیں کہ کس طرح ہم اس چیز کو جو ہے وہ لائیں گے تو میڈیا میں آئے گی، ادروائز چیزیں آئیں گی تو لیکن اگر وہ اس کو اگلے دن بھی علم میں ہمارے نہ لاتے تو ایسے ناصور جو معاشرہ کے لیے اس طرح کی بدکاری کا اور اس طرح کے کرائم کا جو ہے وہ باعث بن رہے ہیں تو ان تک ہم نہ پہنچ پاتے اور ان کو مزید اس طرح کے جو ہے واقعات کرنے کا موقع ملتا. تو ہمیں چاہیے کہ ایسا کوئی بھی واقعہ ہو تو اس میں فوری طور پر جو ہے اس میں رپورٹ کیا جائے تاکہ ایویڈنس ضائع ہوئے بغیر ہم فوری رسپونڈ کر سکیں اور جو کرمنل ہیں ان تک پہنچنا ہمارے لیے جو ہے وہ آسان ہو. اور ظاہر ہے اس میں جو ہے وہ ایک یہ اس طرح کی چیز ہے، اس میں جھجک اور آر محسوس نہیں کرنی چاہیے. ویل ان ٹائم جو ہے اس چیز کو لازمی رپورٹ کیا جائے تاکہ جو ایکچوئل کرمنلز ہیں ان تک جلدی پہنچا جائے، ان کو کیفر کردار تک پہنچایا جا سکے. ناظرین کرام، ایس پی اقبال ٹاؤن عابد حسین ظفر صاحب ہمارے ساتھ موجود تھے، جن کی ٹیم نے جو ہے ان کی سربراہی میں کوئک ایکشن لیا اور فیصل آباد میں جو ایک واقعہ پیش آیا تھانہ ساندل بار کی حدود میں جہاں پہ ایک خاتون کو دوران ڈکیتی زیادتی کا نشانہ بنایا گیا. 24 گھنٹے کے ناظرین کرام ریکارڈ ٹائم کے اندر پولیس نے ملزمان کو حراست میں لیا ہے اور اب پولیس ایک مضبوط کیس ان کے خلاف تیار کر چکی ہے اور ان کو قرار واقعی سزا دلوائی جائے. آج کے مجرم کون میں ہم نے آپ کو دکھایا کہ کیسے فیصل آباد کے تھانہ ساندل بار کی حدود میں ڈکیتی کے دوران ایک خاتون کی عصمت دری ہوتی ہے اور فیصل آباد پولیس 24 گھنٹے سے بھی کم وقت میں ملزمان کو نہ صرف ٹریس آؤٹ کرتی ہے بلکہ گرفت میں بھی لے لیتی ہے. یہاں پہ فیصل آباد پولیس کو شاباش نہ دینا زیادتی ہوگی کیونکہ قانون رکھوالی کے لیے ہے اور فیصل آباد پولیس نے یہ ثابت کیا ہے کہ وہ فیصل آباد کے شہریوں کی محافظ ہے.
شعیب الطاف کو ٹیم مجرم کون کے ساتھ دیجیے اجازت. اللہ حافظ.